ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿਖ ਉਧਰੈ, ਨਾਨਕ ਹਰ ਗੁਣ ਗਾਓ। ਅਸ਼ਟਪਦੀ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਰੈ, ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਗੁਰ ਬਚਨੀ ਹਰਿ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬੜ ਭਾਗੀ ਹੈ। ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ। ਆਪਸ ਕੋ ਕਰ ਕਛ ਨ ਜਨਾਵੈ, ਹਰਿ ਹਰਿ ਨਾਮ ਹਿਰਦੈ ਸਦ ਧਿਆਵੈ। ਮਨ ਵਿਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ, ਅਨੇਕ ਵਾਰ ਗੁਰ ਕੋ ਬਲ ਜਾਉ। ਸਰਬ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ, ਏਕੈ ਆਪ ਨਹੀਂ ਕਛ ਭਰਮ। ਸਹਿ ਸਿਆਣਪ ਲਿਆ ਨ ਜਾਈਐ, ਨਾਨਕ ਐਸਾ ਗੁਰ ਬੜ ਭਾਗੀ ਪਾਈਐ।
ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾ ਗਵੇ। ਸੁਨ ਕਰ ਬਚਨ ਕਰਨ ਅਕਾਨੇ, ਮਨ ਸੰਤੋਖ ਆਤਮ ਪਤਿਆਨੇ। ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਵੇਖੈ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਬਹੁਤ ਹੀ ਵਡਭਾਗੇ ਹਾਂ ਜੋ ਕਿ ਰੋਜ਼ਾਨਾ ਹੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਸੁਖਮਣੀ ਮਹਿਲਾ ਪੰਜਵਾ, ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 287। ਆਓ ਗੁਰੂ ਪਿਆਰਿਓ, ਗੁਰੂ ਸਵਾਰਿਓ, ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਜਿੰਨੀ ਵੀ ਸੰਗਤ ਗੁਰੂ ਕੇ ਦਰਬਾਰ ਅੰਦਰ ਸਜ ਕੇ ਬੈਠੀ ਹੈ, ਸਾਰੀ ਸੰਗਤ ਬਣਾਓ ਇਕਾਗਰਤਾ। ਲੜੀਵਾਰ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ 18 ਨੰਬਰ ਅਸ਼ਟਪਦੀ ਤੇ ਆਪਾਂ ਪਹੁੰਚ ਗਏ ਹਾਂ ਜੀ ਵਿਚਾਰ ਕਰਦੇ। ਸਤਿਗੁਰੂ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਮਝਾ ਰਹੇ ਨੇ ਸ਼ਲੋਕ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿਖ ਉਧਰੈ ਨਾਨਕ ਹਰ ਗੁਣ ਗਾਓ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸਮਝਾ ਰਹੇ ਨੇ ਜੀ, ਜਿਸ ਨੇ ਸਦਾ ਥਿਰ ਵਿਆਪਕ ਪ੍ਰਭੂ ਨੂੰ ਜਾਣ ਲਿਆ, ਜੋ ਸਦਾ ਥਿਰ ਰਹਿਣ ਵਾਲਾ ਹੈ, ਟਿਕੇ ਰਹਿਣ ਵਾਲਾ ਹੈ, ਉਹ ਪਰਮਾਤਮਾ ਅੱਖਰੀ ਅਰਥਾਂ ਦੇ ਵਿੱਚ ਇੱਥੇ ਲਿਖ ਰਹੇ ਨੇ ਉਸ ਦਾ ਨਾਮ ਸਤਿਗੁਰੂ ਹੈ। ਜਿਸ ਨੇ ਸਦਾ ਥਿਰ ਵਿਆਪਕ ਪ੍ਰਭੂ ਨੂੰ ਜਾਣ ਲਿਆ, ਸਮਝ ਲਿਆ। ਸ਼ਲੋਕ ਦੇ ਰਾਹੀਂ ਗੁਰੂ ਅਰਜਨ ਸਾਹਿਬ ਮਹਾਰਾਜ ਰੱਬ ਦੇ ਪ੍ਰਥਾਏ, ਵਾਹਿਗੁਰੂ ਦੇ ਪ੍ਰਥਾਏ ਕਹਿ ਰਹੇ ਨੇ ਜੀ। ਉਸ ਦੀ ਸੰਗਤ ਵਿੱਚ ਰਹਿ ਕੇ ਸਿੱਖ ਵਿਕਾਰਾਂ ਤੋਂ ਬਚ ਜਾਂਦੇ ਨੇ। ਤਾਂ ਤੇ ਹੇ ਨਾਨਕ, ਤੂੰ ਵੀ ਗੁਰੂ ਦੀ ਸੰਗਤ ਵਿੱਚ ਰਹਿ ਕੇ ਅਕਾਲ ਪੁਰਖ ਦੇ ਗੁਣ ਗਾ। ਅੱਖਰੀ ਅਰਥ ਨੇ ਜੀ ਇਹ, ਜਿਹੜੇ ਆਪਾਂ ਇੱਕ ਰੂਟੀਨ ਦੇ ਵਿੱਚ ਪੜ੍ਹਦੇ ਹਾਂ। ਗੁਰੂ ਅਰਜਨ ਸਾਹਿਬ ਮਹਾਰਾਜ ਇੱਥੇ ਉਸ ਸਤਿਪੁਰਖ ਦੀ ਗੱਲ ਕਰ ਰਹੇ ਨੇ ਜੋ ਸਾਰਿਆਂ ਦੇ ਅੰਦਰ ਵਿਆਪਕ ਹੈ, ਜਿਹਨੇ ਉਹ ਪ੍ਰਮਾਤਮਾ ਮਾਲਕ ਪਛਾਣ ਲਿਆ। ਦੁਨੀਆ ਦੇ ਅੰਦਰ, ਸੰਸਾਰ ਅੰਦਰੋਂ ਝਗੜੇ, ਵੈਰ ਵਿਰੋਧ ਖਤਮ ਹੋ ਸਕਦਾ ਹੈ। ਦੁਨੀਆ ਦੇ ਅੰਦਰ, ਉਹ ਸੰਸਾਰ ਅੰਦਰੋਂ ਮੇਰ ਤੇਰ ਖਤਮ ਹੋ ਸਕਦੀ ਹੈ, ਊਚ ਨੀਚ ਖਤਮ ਹੋ ਸਕਦੀ ਹੈ, ਜਿਸ ਮਨੁੱਖ ਨੇ ਰੱਬ ਨੂੰ ਸਮਝਿਆ, ਜਾਣਿਆ। ਸਤਿਗੁਰ ਮਹਾਰਾਜ ਕਹਿੰਦੇ ਸਤਿਗੁਰ ਤਿਸ ਕਾ ਨਾਉ, ਉਹ ਸਤਿਗੁਰ ਦੇ ਵਿੱਚ ਰੰਗਿਆ ਗਿਆ, ਉਹਨੂੰ ਸਤਿਗੁਰ ਬਾਰੇ ਸਮਝ ਆ ਗਈ, ਉਹ ਰੱਬ ਦਾ ਰੂਪ ਬਣ ਜਾਂਦਾ ਹੈ। ਤਿਸ ਕੈ ਸੰਗ ਸਿਖ ਉਧਰੈ ਨਾਨਕ ਹਰ ਗੁਣ ਗਾਓ। ਮਹਾਰਾਜ ਕਹਿੰਦੇ ਉਹਦੇ ਨਾਲ ਲੱਗ ਕੇ, ਉਹਦਾ ਪੱਲਾ ਫੜ ਕੇ, ਉਸ ਸਤਿਗੁਰੂ ਦਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਅਨੇਕਾਂ ਉਧਰ ਜਾਂਦੇ ਨੇ, ਤਰ ਜਾਂਦੇ ਨੇ। ਪਾਤਸ਼ਾਹ ਜੀ ਕਹਿੰਦੇ ਹੇ ਨਾਨਕ, ਤੂੰ ਵੀ ਉਸ ਅਕਾਲ ਪੁਰਖ ਦੇ ਗੁਣ ਗਾਇਆ ਕਰ, ਸੰਗਤ ਕਰਿਆ ਕਰ। ਅੱਗੇ ਅਸ਼ਟਪਦੀ ਦੇ ਵਿੱਚ ਕਹਿ ਰਹੇ ਨੇ ਜੀ ਸਤਿਗੁਰੂ ਜੀ, ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ,
ਸੇਵਕ ਕਾ ਗੁਰ ਸਦਾ ਦਿਆਲ। ਸਤਿਗੁਰੂ ਆਪਣੇ ਸਿੱਖ ਦੀ ਰੱਖਿਆ ਕਰਦਾ, ਪ੍ਰਤਪਾਲਣਾ ਕਰਦਾ। ਸਤਿਗੁਰ ਆਪਣੇ ਸੇਵਕ ਉੱਤੇ ਸਦਾ ਮਿਹਰ ਕਰਦਾ। ਇਹ ਅਖਰੀ ਅਰਥ ਨੇ ਜੀ। ਆਪਾਂ ਪੜ੍ਹਿਆ ਸੀ, ਸਤਿਗੁਰ ਸਿੱਖੀ ਕਰੈ ਪ੍ਰਤਪਾਲ, ਪ੍ਰਤਪਾਲਣਾ ਕਰਨੀ, ਰੱਖਿਆ ਕਰਨੀ। ਸੇਵਕ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਗੁਰੂ ਅੰਦਰ ਕੁਆਲਿਟੀ ਹੈ ਇਹ ਸਿੱਖ ਦੀ, ਗੁਰੂ ਭੈੜੀ ਮਤ ਦੂਰ ਕਰਦਾ। ਦੁਰਮਤ ਦਾ ਅਰਥ ਹੁੰਦਾ ਜੀ ਭੈੜੀ ਮਤ, ਗਲਤ ਵਿਚਾਰ, ਗਲਤ ਸੋਚ, ਗਲਤ ਖਿਆਲ। ਸਤਿਗੁਰੂ ਮਹਾਰਾਜ ਕਹਿੰਦੇ ਸਿੱਖ ਦੇ ਅੰਦਰ ਸੁਣਨ ਦੀ ਸਮਰੱਥਾ ਹੋਣੀ ਚਾਹੀਦੀ ਹੈ, ਕੋਈ ਵੀ ਹੈ। ਜੇ ਸਾਡੇ ਅੰਦਰ ਸੁਣਨ ਦੀ ਸਮਰੱਥਾ ਨਾ, ਫਿਰ ਅਸੀਂ ਕੁਝ ਪ੍ਰਾਪਤ ਵੀ ਕਰ ਸਕਦੇ ਹਾਂ। ਜਿਹੜਾ ਸੁਣਨ ਨਹੀਂ ਸਕਦਾ ਉਹ ਕੁਝ ਨਹੀਂ ਪ੍ਰਾਪਤ ਕਰ ਸਕਦਾ। ਆਪਾਂ ਇੱਕ ਅਰਦਾਸ ਦਾ ਇੱਕ ਬਚਨ ਪੜ੍ਹਦੇ ਹਾਂ, ਸਿੱਖਾਂ ਦਾ ਮਨ ਨੀਵਾ ਮਤ ਉੱਚੀ। ਇੱਥੇ ਸਤਿਗੁਰੂ ਮਹਾਰਾਜ ਇਹ ਗੱਲ ਕਹਿੰਦੇ ਨੇ, ਜਿਹਨੇ ਮਨ ਨੀਵਾ ਕਰ ਲਿਆ ਨਾ ਬਹੁਤ ਕੁਝ ਲੈ ਲੈਂਦਾ ਹੈ। ਗੁਰੂ ਸਾਹਿਬ ਨੇ ਅਨੇਕਾਂ ਉਦਾਹਰਨਾਂ ਵਰਤੀਆਂ। ਸਿਮਲ ਦੇ ਰੁੱਖ ਦੀ ਉਦਾਹਰਨ ਵਰਤੀ, ਬਾਂਸ ਦੇ ਰੁੱਖ ਦੀ ਉਦਾਹਰਨ ਵਰਤੀ। ਕਿਉਂ ਵਰਤੀਆਂ? ਮਨੁੱਖ ਨੂੰ ਸਮਝਾਉਣ ਮਾਤਰ। ਸਿਮਲ ਰੁੱਖ ਸਰਾਇਰ ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਏ ਨਿਰਾਸੈ ਕਿਤ। ਫਲ ਫਿੱਕੇ ਫੁੱਲ ਬੱਕ ਬੱਕੇ, ਕੰਮ ਨਾ ਆਵੇ ਪਤ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਸਿਮਲ ਦਾ ਰੁੱਖ ਵੇਖਣ ਨੂੰ ਸੋਹਣਾ ਵੀ ਲੱਗਦਾ ਹੈ, ਮੋਟਾ ਵੀ ਬਹੁਤ ਹੈ, ਪਰ ਮਹਾਰਾਜ ਕਹਿੰਦੇ ਨਾ ਫਲ ਕੰਮਦੇ ਨੇ ਨਾ ਫੁੱਲ ਕੰਮਦੇ ਨੇ। ਫਲ ਫਿੱਕੇ ਫੁੱਲ ਬੱਕ ਬੱਕੇ, ਕੰਮ ਨਾ ਆਵੇ। ਪੰਛੀ ਆਸ ਕਰਕੇ ਆਇਆ, ਨਿਰਾਸ਼ਾ ਹੋ ਕੇ ਮੁੜ ਗਿਆ, ਮਿਲਿਆ ਤਾਂ ਕੁਝ ਨਹੀਂ ਨਾ। ਸਤਿਗੁਰੂ ਮਹਾਰਾਜ ਇੱਥੇ ਬੜੀ ਪਿਆਰੀ ਗੱਲ ਕਹਿ ਰਹੇ ਨੇ, ਸਿੱਖ ਦੇ ਅੰਦਰ ਸੁਣਨ ਦੀ ਸਮਰੱਥਾ ਹੋਣੀ ਚਾਹੀਦੀ ਹੈ। ਜੇ ਸੁਣਨ ਦੀ ਸਮਰੱਥਾ ਪੈਦਾ ਹੋ ਗਈ ਨਾ, ਬੰਦਾ ਬਹੁਤ ਕੁਝ ਪ੍ਰਾਪਤ ਕਰ ਲੈਂਦਾ ਹੈ। ਤੁਸੀਂ ਸਮਾਜ ਅੰਦਰ ਕੋਈ ਵੀ ਪੱਖ ਤੇ ਗੱਲ ਕਰਕੇ ਵੇਖੀਏ, ਸਕੂਲ ਅੰਦਰ ਕੋਈ ਆਪਾਂ ਬੱਚੇ ਨੂੰ ਵੇਖ ਲਈ ਜਿਹਦੇ ਅੰਦਰ ਸੁਣਨ ਦੀ ਸਮਰੱਥਾ ਹੁੰਦੀ ਹੈ ਨਾ, ਧਿਆਨ ਦੇ ਨਾਲ, ਉਹ ਬਹੁਤ ਕੁਝ ਪ੍ਰਾਪਤ ਕਰ ਲੈ। ਧਰਮ ਦੇ ਦਾਇਰੇ ਅੰਦਰ ਭਾਵੇਂ ਗੱਲ ਕਰ ਲਓ, ਧਰਮ ਦੇ ਦਾਇਰੇ ਅੰਦਰ ਵੀ ਜਿਹਦੇ ਅੰਦਰ ਸੁਣਨ ਦੀ ਸਮਰੱਥਾ ਆ ਗਈ, ਉਹਦੇ ਅੰਦਰ ਮਿੱਠਤ ਵੀ ਪੈਦਾ ਹੋ ਜਾਂਦੀ ਹੈ, ਗੁਣ ਵੀ ਪੈਦਾ ਹੋ ਜਾਂਦੇ ਨੇ। ਇੱਥੇ ਗੁਰੂ ਸਾਹਿਬ ਜੀ ਗੱਲ ਕਹਿ ਰਹੇ ਨੇ, ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਸਿੱਖ ਦੀ ਗੁਰੂ ਭੈੜੀ ਮਤ ਦੂਰ ਕਰਦਾ ਹੈ। ਜੇ ਸਿੱਖ ਨੂੰ ਸੁਣਨਾ ਆ ਜਾਵੇ, ਜੇ ਸੇਵਕ ਨੂੰ ਸੁਣਨਾ ਆ ਜਾਵੇ, ਗੁਰੂ ਦੀ ਗੱਲ ਵੱਲ ਧਿਆਨ ਦਿੱਤਾ ਜਾਵੇ, ਗੁਰੂ ਦੀ ਗੱਲ ਨੂੰ ਜ਼ਿੰਦਗੀ ਅੰਦਰ ਵਸਾ ਲਿਆ ਜਾਵੇ। ਅੱਗੇ ਮਹਾਰਾਜ ਕਹਿੰਦੇ, ਗੁਰ ਬਚਨੀ ਹਰ ਨਾਮ ਉਚਰੈ। ਗੁਰੂ ਦੇ ਬਚਨਾਂ ਰਾਹੀਂ ਉਹ ਨਾਮ ਉਚਾਰਦਾ ਹੈ, ਨਾਮ ਸੁਣਦਾ ਹੈ। ਸਤਿਗੁਰ ਸਿੱਖ ਕੇ ਬੰਧਨ ਘੱਟ ਹੈ। ਹੁਣ ਸਿੱਖ ਦੇ ਬੰਧਨ ਕਿਹੜੇ ਪਏ ਹੋਏ ਨੇ? ਤੁਸੀਂ ਇਹਨਾਂ ਦੀ ਵਿਆਖਿਆ ਸਮਾਜ ਅੰਦਰ ਕਰਕੇ ਵੇਖੀਏ ਨਾ, ਸਿੱਖ ਦੇ ਤਾਂ ਬੰਧਨ ਬਹੁਤ ਪੈ ਗਏ ਨੇ ਜੀ। ਅੱਜ ਦੇ ਸਿੱਖ ਦੀ ਮੈਂ ਗੱਲ ਕਰਾਂ, ਗੁਰੂ ਨੇ ਇੱਕ, ਜਦੋਂ ਖਾਲਸਾ ਪੰਥ ਦੀ ਗੱਲ ਕਰਦੇ ਆ ਨਾ, ਖਾਲਸਾ ਪੰਥ ਦੀ ਸਾਜਨਾ ਦੀ ਗੱਲ ਕਰਦੇ ਆ, ਮਹਾਰਾਜ ਨੇ ਇੱਕ ਵੱਖਰਾ ਨਿਰੋਲ ਸਿੱਖ ਬਣਾਇਆ ਹੈ। ਜੇ ਅੱਜ ਬੰਧਨਾਂ ਦੀ ਗੱਲ ਕਰਾਂਗੇ, ਸਾਡਾ ਵਿਸ਼ਵਾਸ, ਸਾਡਾ ਭਰੋਸਾ ਟਿਕ ਨਹੀਂ ਰਿਹਾ ਗੁਰੂ ਤੇ। ਅਨੇਕਾਂ ਤਰ੍ਹਾਂ ਦੇ ਬੰਧਨ ਪੈ ਗਏ ਨੇ, ਪਰ ਗੁਰੂ ਕਿਰਪਾ ਕਰਦਾ, ਰਹਿਮਤ ਕਰਦਾ ਹੈ। ਪਾਤਸ਼ਾਹ ਜੀ ਕਹਿ ਰਹੇ ਨੇ, ਪਾਤਸ਼ਾਹ ਜੀ ਸਮਝਾ ਰਹੇ ਨੇ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ। ਸਤਿਗੁਰੂ ਸਿੱਖ ਦੇ ਬੰਧਨ ਕੱਟਦਾ ਹੈ। ਬੰਧਨ ਅਨੇਕਾਂ ਪਏ ਹੋਏ ਨੇ, ਗੁਰੂ ਸਿੱਖ ਦੇ ਬੰਧਨਾਂ ਨੂੰ ਕੱਟ ਦਿੰਦਾ ਹੈ। ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। ਵਿਕਾਰ ਦਾ ਅਰਥ ਕੀ ਹੁੰਦਾ ਜੀ? ਭੈੜੇ ਖਿਆਲ, ਭੈੜੀ ਸੋਚ। ਜਦੋਂ ਬੰਧਨ ਕੱਟੇ ਗਏ, ਫਿਰ ਵਿਕਾਰਾਂ ਤੋਂ ਵੀ ਖੜਾ ਛੁੱਟ ਗਿਆ। ਸਾਨੂੰ ਬੰਧਨ ਕਿਹਦੇ ਪਏ ਹੋਏ ਨੇ? ਬੰਧਨ ਸਾਡੇ ਮਨ ਉੱਤੇ ਪਏ ਹੋਏ ਨੇ। ਬੰਧਨਾਂ ਦੇ ਵਿੱਚ, ਵਿਕਾਰਾਂ ਦੇ ਵਿੱਚ, ਭੈੜੀ ਸੋਚ ਦੇ ਅੰਦਰ ਮਨੁੱਖ ਦਾ ਮਨ ਵੱਜਿਆ ਹੋਇਆ ਹੈ। ਸਰੀਰ ਨਹੀਂ, ਮਨ। ਮਨ ਅੰਦਰ ਖਿਆਲ ਉਪਜਦੇ ਨੇ, ਚੰਗੇ ਵੀ ਉਪਜਦੇ ਨੇ, ਮਾੜੇ ਵੀ ਉਪਜਦੇ ਨੇ। ਮਨ ਦੇ ਖਿਆਲਾਂ ਕਰਕੇ ਅਸੀਂ ਤੁਰੇ ਫਿਰਦੇ ਹਾਂ ਨਾ। ਮਨ ਦੇ ਖਿਆਲਾਂ ਕਰਕੇ ਮਨ ਅੰਦਰ ਖਿਆਲ ਆਇਆ ਵੀ ਗੁਰੂ ਦੀ ਸੰਗਤ ਕਰੀਏ, ਗੁਰਦੁਆਰੇ ਸੇਵਾ ਕਰੀਏ। ਇੱਥੇ ਸਤਿਗੁਰੂ ਮਹਾਰਾਜ ਕਹਿੰਦੇ, ਸਤਿਗੁਰੂ ਸਿੱਖ ਦੇ ਬੰਧਨ ਕੱਟ ਦਿੰਦਾ ਹੈ ਅਤੇ ਗੁਰੂ ਕਾ ਸਿੱਖਾ ਨਾ ਜਿਹੜਾ, ਉਹ ਵਿਕਾਰਾਂ ਤੋਂ ਹਟ ਜਾਂਦਾ ਹੈ,
ਉਹਦੀ ਜ਼ਿੰਦਗੀ ਅੰਦਰੋਂ ਵਿਕਾਰ ਖਤਮ ਹੋ ਜਾਂਦੇ ਨੇ। ਅੱਗੇ ਮਹਾਰਾਜ ਕਹਿ ਰਹੇ ਨੇ, ਸਤਿਗੁਰੂ ਜੀ ਸਮਝਾ ਰਹੇ ਨੇ, ਸਤਿਗੁਰ ਸਿੱਖ ਕੋ ਨਾਮ ਧਨ ਦੇ। ਗੁਰੂ ਆਪਣੇ ਸਿੱਖ ਨੂੰ ਨਾਮ ਧਨ ਦਿੰਦਾ ਹੈ। ਗੁਰੂ ਆਪਣੇ ਸਿੱਖ ਨੂੰ ਨਾਮ ਧਨ ਦਿੰਦਾ ਹੈ। ਗੁਰੂ ਵਾਲਾ ਨਾਮ ਧਨ ਕਿਵੇਂ ਮਿਲਦਾ ਜੀ? ਗੁਰੂ ਦੇ ਬਚਨਾਂ ਉੱਤੇ ਚੱਲ ਕੇ, ਗੁਰੂ ਦੇ ਬਚਨਾਂ ਨੂੰ ਮੰਨ ਕੇ। ਗੁਰ ਕਾ ਸਿੱਖ ਵਡਭਾਗੀ ਹੈ। ਮਹਾਰਾਜ ਕਹਿੰਦੇ ਗੁਰੂ ਕਾ ਸਿੱਖ ਵੱਡਿਆਂ ਭਾਗਾਂ ਵਾਲਾ ਬਣ ਜਾਂਦਾ। ਜਦੋਂ ਨਾਮ ਧਨ ਮਿਲ ਗਿਆ, ਗੁਰੂ ਦੀ ਵਿਚਾਰ ਮਿਲ ਗਈ, ਗੁਰੂ ਦੀ ਸਿੱਖਿਆ ਮਿਲ ਗਈ, ਵੱਡਿਆਂ ਭਾਗਾਂ ਵਾਲਾ ਉਹ ਬਣ ਜਾਂਦਾ। ਮਹਾਰਾਜ ਕਹਿੰਦੇ ਸਤਿਗੁਰ ਸਿੱਕਾ ਹਲਤ ਪਲਤ ਸਵਾਰੈ। ਸਤਿਗੁਰੂ ਸਿੱਖ ਦਾ ਹਲਤ ਅਤੇ ਪਲਤ, ਅਗਲਾ ਜੀਵਨ ਤੇ ਪਿਛਲਾ ਜੀਵਨ, ਇਹਨੂੰ ਧਿਆਨ ਨਾਲ ਸਮਝਿਓ ਜੀ। ਗੁਰਬਾਣੀ ਦੇ ਅੰਦਰੋਂ ਆਗੈ ਪਾਛੈ ਹਲਤ ਪਲਤ ਬਹੁਤ ਵਾਰ ਸ਼ਬਦ ਆਉਣਗੇ। ਕਈ ਵਾਰ ਸਾਡਾ ਧਿਆਨ ਕੇਂਦਰਿਤ ਹੋ ਜਾਂਦਾ ਵੀ ਮਹਾਰਾਜ ਕਿਤੇ ਮੇਰੇ ਜੰਮਣ ਤੋਂ ਪਹਿਲਾਂ ਦੀ ਗੱਲ ਕਰ ਰਹੇ ਨੇ ਜਾਂ ਮੇਰੇ ਮਰਨ ਤੋਂ ਬਾਅਦ ਦੀ ਗੱਲ ਕਰ ਰਹੇ ਨੇ। ਗੁਰਬਾਣੀ ਅੰਦਰ ਹਮੇਸ਼ਾ ਗੁਰੂ ਸਾਹਿਬ ਨੇ ਇਸ ਮਨੁੱਖਾ ਜਨਮ ਦੀ ਗੱਲ ਕੀਤੀ। ਜਨਮ ਤੋਂ ਪਹਿਲਾਂ, ਮਰਨ ਤੋਂ ਬਾਅਦ ਕੀ ਹੋਣਾ ਇਹ ਸਾਨੂੰ ਕੁਝ ਨਹੀਂ ਪਤਾ। ਇਹ ਸਾਡੇ ਖਿਆਲ ਨੇ, ਸਾਡੀਆਂ ਨਿੱਤ ਦੀਆਂ ਗੱਲਾਂ ਨੇ। ਤੇਰੇ ਨਾਲ ਐ ਬਣ ਜਾਣਾ, ਤੂੰ ਇਹ ਜੂਨ ਵਿੱਚ ਪੈ ਜਾਣਾ, ਇਹਦੇ ਬਾਰੇ ਸਾਨੂੰ ਕੋਈ ਮਾਲੂਮ ਨਹੀਂ ਹੈ ਵੀ ਕੀ ਹੋਣਾ, ਕੀ ਵਾਪਰਨਾ। ਇੱਥੇ ਗੁਰੂ ਸਾਹਿਬ ਜੀ ਜਿਹੜੀ ਗੱਲ ਕਰ ਰਹੇ ਨੇ, ਹਲਤ ਪਲਤ, ਚੱਲ ਰਿਹਾ ਸਮਾਂ ਤੇ ਆਉਣ ਵਾਲਾ ਸਮਾਂ, ਆਗੇ ਪਾਛੈ। ਜਦੋਂ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਆ ਨਾ, ਫਿਰ ਪਿਛਲਾ ਸਮਾਂ ਵੀ ਸਬਰ ਜਾਂਦਾ ਤੇ ਅਗਲਾ ਸਮਾਂ ਵੀ ਸਬਰ ਜਾਂਦਾ। ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ। ਹੇ ਨਾਨਕ, ਸਤਿਗੁਰੂ ਸਿੱਖ ਨੂੰ ਜੀ ਨਾਲ, ਇੱਕ ਤਾਂ ਹੁੰਦਾ ਵੀ ਉੱਪਰੋਂ ਉੱਪਰੋਂ ਜੇ ਕਰਨਾ, ਇੱਕ ਹੁੰਦਾ ਦਿਲ ਕਰਕੇ ਕਰਨਾ, ਮਨ ਕਰਕੇ ਕਰਨਾ। ਜੀ ਨਾਲ ਸੰਭਾਰਦਾ, ਚੇਤੇ ਕਰਦਾ। ਅੱਗੇ ਮਹਾਰਾਜ ਕਹਿ ਰਹੇ ਨੇ ਜੀ, ਗੁਰ ਕੈ ਗ੍ਰਹਿ ਸੇਵਕ ਜੋ ਰਹੈ। ਗ੍ਰਹਿ ਦਾ ਅਰਥ ਹੁੰਦਾ ਜੀ ਘਰ, ਗੁਰੂ ਦੇ ਘਰ ਵਿੱਚ ਜਿਹੜਾ ਸੇਵਕ ਰਹਿੰਦਾ ਹੈ। ਅੱਗੇ ਮਹਾਰਾਜ ਕਹਿੰਦੇ ਗੁਰ ਕੀ ਆਗਿਆ ਮਨ ਮੈਂ ਸਹੈ। ਜਿਹੜਾ ਗੁਰੂ ਦੇ ਘਰ ਵਿੱਚ ਸੇਵਕ ਰਹਿਣ ਲੱਗ ਪਿਆ, ਗੁਰੂ ਦੀ ਆਗਿਆ ਉਹ ਮਨ ਵਿੱਚ ਸਵੀਕਾਰ ਕਰ ਲੈਂਦਾ, ਮੰਨ ਲੈਂਦਾ। ਜਿਹੜਾ ਸੇਵਕ ਗੁਰੂ ਦੇ ਘਰ ਵਿੱਚ ਰਹਿਣ ਲੱਗ ਪੈਂਦਾ ਮਨ ਕਰਕੇ, ਉਹ ਗੁਰੂ ਦੀ ਆਗਿਆ ਨੂੰ ਵੀ ਮੰਨ ਲੈਂਦਾ। ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਹਾਰਾਜ ਕਹਿੰਦੇ ਜੋ ਆਪਣੇ ਆਪ ਨੂੰ ਵੱਡਾ ਨਹੀਂ ਜਤਾਉਂਦਾ, ਪ੍ਰਭੂ ਦਾ ਨਾਮ ਸਦਾ ਹਿਰਦੇ ਵਿੱਚ ਧਿਆਉਂਦਾ ਹੈ। ਸੇਵਕ ਅੰਦਰ ਕੁਆਲਿਟੀ ਇਹ ਹੁੰਦੀ ਹੈ ਜੀ, ਉਹ ਵੱਡਾ ਨਹੀਂ ਖਵਾਉਂਦਾ। ਅਸੀਂ ਤਾਂ ਇਹ ਝਗੜਿਆਂ ਵਿੱਚ ਪੈ ਗਏ ਹਾਂ, ਇਸ ਵਿਚਾਰ ਵਿੱਚ ਪੈ ਗਏ ਹਾਂ ਵੀ ਬੰਦਾ ਜ਼ਾਤ ਕਰਕੇ ਵੱਡਾ ਹੁੰਦਾ ਹੈ, ਬੰਦਾ ਪੈਸੇ ਕਰਕੇ ਵੱਡਾ ਹੁੰਦਾ ਹੈ, ਬੰਦਾ ਵੱਡੀ ਕੋਠੀ ਕਰਕੇ, ਕਾਰ ਕਰਕੇ ਵੱਡਾ ਹੁੰਦਾ ਹੈ। ਗੁਰੂ ਸਾਹਿਬ ਜੀ ਇਸ ਤਰ੍ਹਾਂ ਕਿਸੇ ਨੂੰ ਵੱਡਾ ਨਹੀਂ ਮੰਨਦੇ। ਇਹ ਗੱਲ ਚੇਤੇ ਕਰਿਓ। ਆਪਾਂ ਬਚਨ ਪੜ੍ਹਦੇ ਹਾਂ ਜੀ, ਵੱਡੇ ਵੱਡੇ ਜੋ ਦੀਸੈ ਲੋਕ ਤਿਨ ਕੋ ਵਿਆਪੈ ਚਿੰਤਾ ਰੋਗ। ਵੱਡੇ ਵੱਡੇ ਲੋਕ ਚਿੰਤਾ ਦੇ ਵਿੱਚ ਪਏ ਨੇ। ਗੁਰਬਾਣੀ ਨੇ ਪਦਾਰਥਾਂ ਕਰਕੇ, ਪੈਸੇ ਕਰਕੇ, ਕੁੱਲ ਬਰਾਦਰੀ ਕਰਕੇ ਕਿਸੇ ਨੂੰ ਵੱਡਾ ਮੰਨੇ ਹੀ ਨਹੀਂ। ਗੁਰਬਾਣੀ ਨੇ, ਸਤਿਗੁਰ ਮਹਾਰਾਜ ਨੇ ਗੁਣਾ ਕਰਕੇ ਬੰਦੇ ਨੂੰ ਵੱਡਾ ਮੰਨਿਆ। ਜਿਹਦੇ ਅੰਦਰ ਕੁਆਲਿਟੀ ਹੈ, ਜਿਹਦੇ ਅੰਦਰ ਗੁਣ ਨੇ, ਜਿਹਦੇ ਅੰਦਰ ਗੁਣ ਸੀ, ਕੁਆਲਿਟੀ ਸੀ, ਮਹਾਰਾਜ ਨੇ ਉਹਨਾਂ ਦੀ ਵਿਚਾਰ ਨੂੰ, ਉਹਨਾਂ ਦੀ ਬਾਣੀ ਨੂੰ ਬਾਬੇ ਨਾਨਕ ਨੇ ਆਪਣੀ ਪੋਥੀ ਵਿੱਚ ਵੀ ਦਰਜ ਕੀਤਾ। ਇੱਥੇ ਮਹਾਰਾਜ ਕਿਸੇ ਪਦਾਰਥ ਦੀ, ਕਿਸੇ ਕੁੱਲ ਬਰਾਦਰੀ ਦੀ ਗੱਲ ਨਹੀਂ ਕਰ ਰਹੇ, ਬੰਦੇ ਦੇ ਕਿਰਦਾਰ ਦੀ ਗੱਲ ਕਰ ਰਹੇ ਨੇ। ਪਰ ਸਾਡਾ ਸਮਾਜ ਇੱਥੇ ਚੰਮ ਨੂੰ ਵੇਖਦਾ ਹੈ, ਕੰਮ ਨੂੰ ਨਹੀਂ ਕੋਈ ਵੇਖਦਾ। ਗੁਰੂ ਨੇ ਚੰਮ ਨਹੀਂ ਵੇਖਿਆ, ਗੁਰੂ ਨੇ ਕੰਮ ਵੇਖਿਆ, ਗੁਰੂ ਨੇ ਕਿਰਦਾਰ ਵੇਖਿਆ, ਗੁਰੂ ਨੇ ਆਚਰਣ ਵੇਖਿਆ। ਇੱਥੇ ਸਤਿਗੁਰ ਮਹਾਰਾਜ ਕਹਿ ਰਹੇ ਨੇ, ਪਾਤਸ਼ਾਹ ਜੀ ਸਮਝਾ ਰਹੇ ਨੇ, ਗੁਰ ਕਾ ਸਿੱਖ ਬੜਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ। ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੰਭਾਰੈ। ਜੀ ਨਾਲ ਸੰਭਾਰਦਾ ਹੈ। ਅੱਗੇ ਆਪਾਂ ਜਿਹੜੀ ਵਿਚਾਰ ਕਰ ਰਹੇ ਸੀ ਜੀ, ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰੂ ਕੀ ਆਗਿਆ ਮਨ ਮੈਂ ਸਹਿ। ਆਪਾਂ ਵਿਚਾਰ ਪੜ੍ਹ ਰਹੇ ਸੀ, ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਆਪਣੇ ਆਪ ਨੂੰ ਉਹ ਵੱਡਾ ਨਹੀਂ ਜਤਾਉਂਦਾ ਜੋ ਸੇਵਕ ਬਣ ਜਾਂਦਾ ਹੈ,
ਅਤੇ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਧਿਆਉਂਦਾ ਹੈ। ਅੱਗੇ ਮਹਾਰਾਜ ਕਹਿ ਰਹੇ ਨੇ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜੇ ਕਾਰਜ ਰਾਸ ਕਰਾਉਣੇ ਨੇ ਮਨ ਵੇਚਣਾ ਪੈਂਦਾ ਹੈ, ਮਨ ਦੇਣਾ ਪੈਂਦਾ ਹੈ। ਇੱਥੇ ਆਪਣੀ ਮਰਜ਼ੀ ਖਤਮ ਕਰਕੇ ਗੁਰੂ ਦੀ ਸਿੱਖਿਆ ਨੂੰ ਸਵੀਕਾਰ ਕਰਨਾ ਪੈਂਦਾ ਹੈ। ਮਰਜ਼ੀਆਂ ਤਾਂ ਬਹੁਤ ਚੱਲਦੀਆਂ ਨੇ, ਪਰ ਮਹਾਰਾਜ ਕਹਿੰਦੇ ਜਿਹੜਾ ਮਨ ਗੁਰੂ ਨੂੰ ਵੇਚ ਦਿੰਦਾ ਨਾ, ਉਹ ਸੇਵਕ ਦੇ ਕਾਰਜ ਰਾਸ ਆ ਜਾਂਦੇ ਨੇ। ਉਹ ਸੇਵਕ ਦੇ ਕੰਮ ਵਿੱਚ ਕੋਈ ਵਿਘਨ ਨਹੀਂ ਲੱਗਦਾ। ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੇਵਾ ਕਰਦਿਆਂ ਕਰਦਿਆਂ ਮਹਾਰਾਜ ਕਹਿੰਦੇ ਨਿਹਕਾਮੀ ਹੋ ਗਿਆ। ਪਾਤਸ਼ਾਹ ਜੀ ਇੱਥੇ ਜਿਹੜੀ ਆਪਾਂ ਨੂੰ ਵਿਚਾਰ ਦੇ ਰਹੇ ਨੇ, ਇਹਨੂੰ ਧਿਆਨ ਨਾਲ ਸਮਝਿਓ। ਨਿਹਕਾਮੀ ਦਾ ਅਰਥ ਹੈ ਕਾਮਨਾ ਰਹਿਤ। ਇੱਕ ਤਾਂ ਆਪਾਂ ਸੇਵਾ ਕਰਦੇ ਹਾਂ, ਫਲ ਮੰਗਦੇ ਆ ਵੀ ਬਾਬਾ ਮੈਨੂੰ ਆਹ ਚੀਜ਼ ਦੀ ਲੋੜ, ਆਹ ਚੀਜ਼ ਦੇ। ਜੇ ਤੇਰੇ ਦਰ ਤੇ ਸੇਵਾ ਮੈਂ ਤਾਂ ਹੀ ਕਰਾਂਗਾ ਜੇ ਮੇਰੀ ਇਹ ਕਾਮਨਾ ਪੂਰੀ ਕਰੇਗਾ। ਮਹਾਰਾਜ ਕਹਿੰਦੇ ਸੇਵਕ ਅੰਦਰ ਪਤਾ ਕੀ ਕੁਆਲਿਟੀ ਹੁੰਦੀ ਹੈ? ਸੇਵਾ ਕਰਤ ਹੋਏ ਨਿਹਕਾਮੀ। ਸੇਵਕ ਦੀ ਕੋਈ ਕਾਮਨਾ ਰਹਿ ਹੀ ਨਹੀਂ ਜਾਂਦੀ। ਸੇਵਕ ਉਹ ਹੁੰਦਾ ਜਿਹੜਾ ਕੋਈ ਮੰਗਦਾ ਹੀ ਨਹੀਂ ਕੁਝ, ਕਿਉਂਕਿ ਆਪਾਂ ਕਹਿੰਦੇ ਆ ਨਾ ਵਾਹਿਗੁਰੂ ਆਪ ਹੀ ਜਾਣਦਾ ਹੈ। ਫਿਰ ਸਾਡੀ ਕੋਈ ਮੰਗ, ਸਾਡੀ ਇੱਛਾ ਥੋੜ੍ਹੀ ਰਹਿ ਗਈ। ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਪ੍ਰਾਪਤ ਹੋਤ ਸੁਆਮੀ। ਮਹਾਰਾਜ ਕਹਿੰਦੇ ਉਹਨੂੰ ਪ੍ਰਾਪਤ ਹੋ ਜਾਂਦਾ ਸੁਆਮੀ ਪਰਮਾਤਮਾ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੈ। ਜਿਹਦੇ ਉੱਤੇ ਕਿਰਪਾ ਕਰ ਦਿੰਦਾ ਹੈ, ਰਹਿਮਤ ਕਰ ਦਿੰਦਾ ਹੈ, ਹੇ ਨਾਨਕ ਉਹ ਸੇਵਕ ਗੁਰੂ ਦੀ ਮਤ ਲੈ ਕੇ ਇਸ ਭਵਸਾਗਰ ਤੋਂ ਤਰ ਜਾਂਦਾ ਹੈ। ਅੱਗੇ ਮਹਾਰਾਜ ਕਹਿ ਰਹੇ ਨੇ ਜੀ, 20 ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਮਹਾਰਾਜ ਕਹਿ ਰਹੇ ਨੇ ਜੋ ਸੇਵਕ ਆਪਣੇ ਸਤਿਗੁਰੂ ਨੂੰ ਆਪਣੀ ਸ਼ਰਧਾ ਦਾ ਪੂਰੇ ਤੌਰ ਤੇ ਯਕੀਨ ਦਿਵਾ ਦੇਵੇ, ਭਰੋਸਾ ਦਿਵਾ ਦੇਵੇ, ਉਹ ਅਕਾਲ ਪੁਰਖ ਦੀ ਅਵਸਥਾ ਨੂੰ ਸਮਝ ਲੈਂਦਾ ਹੈ। 20 ਵਿਸਵੇ ਪੂਰਨ ਤੌਰ ਤੇ, ਇਹਦਾ ਅਰਥ ਹੈ ਜੀ ਪੱਕਾ ਯਕੀਨ, ਪੱਕਾ ਵਿਸ਼ਵਾਸ ਦਿਵਾ ਦੇਵੇ। ਅੱਗੇ ਮਹਾਰਾਜ ਕਹਿੰਦੇ ਨੇ, ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ, ਅਨੇਕ ਵਾਰ ਗੁਰ ਕੋ ਬਲ ਜਾਓ। ਮਹਾਰਾਜ ਕਹਿੰਦੇ ਸਤਿਗੁਰ ਵੀ ਉਹ ਹੈ ਜਿਹਦੇ ਹਿਰਦੇ ਵਿੱਚ ਨਾਮ ਦਾ ਵਾਸਾ ਹੈ। ਮੈਂ ਐਸੇ ਗੁਰੂ ਤੋਂ, ਸਤਿਗੁਰ ਤੋਂ ਸਦਕੇ ਕੁਰਬਾਨ ਜਾਂਦਾ ਹਾਂ। ਅੱਗੇ ਮਹਾਰਾਜ ਕਹਿ ਰਹੇ ਨੇ, ਸਰਬ ਨਿਧਾਨ ਜੀ ਕਾ ਦਾਤਾ, ਆਠ ਫੈਰ ਪਾਰ ਬ੍ਰਹਮ ਰੰਗਰਾਤਾ। ਸਰਬ ਨਿਧਾਨ ਉਹ ਸਾਰੇ ਖਜ਼ਾਨਿਆਂ ਦਾ ਮਾਲਕ ਹੈ। ਜ਼ਿੰਦਗੀ ਦੇਣ ਵਾਲਾ ਵੀ ਉਹ ਹੈ। ਉਸ ਮਾਲਕ ਦੇ ਹਰ ਵੇਲੇ ਗੁਣ ਗਾਉਂਦੇ ਰਹੀਏ, ਉਹਨੂੰ ਧਿਆਉਂਦੇ ਰਹੀਏ। ਬ੍ਰਹਮ ਹੈ ਜਨ ਜਨ ਮੈਂ ਪਾਰ ਬ੍ਰਹਮ। ਉਹ ਇਸ ਪਸਾਰੇ ਦੇ ਅੰਦਰ ਪਸਰਿਆ ਹੋਇਆ, ਆਪਣੇ ਜਨ ਅੰਦਰ ਪਸਰਿਆ ਹੋਇਆ, ਸੇਵਕ ਅੰਦਰ ਪਸਰਿਆ ਹੋਇਆ। ਇੱਕ ਹੈ ਆਪ ਨਹੀਂ ਕਿਸੇ ਭਰਮ। ਪਾਤਸ਼ਾਹ ਜੀ ਕਹਿ ਰਹੇ ਨੇ, ਇਹ ਜ਼ਿੰਦਗੀ ਅੰਦਰੋਂ, ਮਨ ਅੰਦਰੋਂ ਭਰਮ ਨਿਕਲ ਗਿਆ, ਇੱਕੋ ਹੀ ਹੈ, ਉਹਦੇ ਵਰਗਾ ਦੂਜਾ ਕੋਈ ਨਹੀਂ ਹੈ। ਸਹਿ ਸਿਆਣਪ ਲਿਆ ਨਾ ਜਾਈਏ, ਨਾਨਕ ਐਸਾ ਗੁਰ ਵਡਭਾਗੀ ਪਾਈਐ। ਕਿਸੇ ਚਤੁਰਾਈ ਨਾਲ, ਕਿਸੇ ਅਕਲ ਦੇ ਨਾਲ, ਕਿਸੇ ਵਾਧੂ ਦੀ ਸਿਆਣਪ ਦੇ ਨਾਲ ਉਹ ਰੱਬ ਨਹੀਂ ਮਿਲਦਾ। ਮਹਾਰਾਜ ਕਹਿੰਦੇ ਵੱਡਿਆਂ ਭਾਗਾਂ ਨਾਲੋਂ ਪ੍ਰਮਾਤਮਾ ਦੇ ਦੀਦਾਰ ਹੁੰਦੇ ਨੇ। ਗੁਰੂ ਦੀ ਆਗਿਆ ਵਿੱਚ ਤੁਰ ਕੇ ਪ੍ਰਮਾਤਮਾ ਦੇ ਦੀਦਾਰ ਹੁੰਦੇ ਨੇ। ਅਖੀਰ ਦੇ ਵਿੱਚ ਜਿਹੜਾ 4 ਨੰਬਰ ਬਣਦਾ ਜੀ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਮਹਾਰਾਜ ਕਹਿੰਦੇ ਗੁਰੂ ਦਾ ਦੀਦਾਰ ਫਲ ਦੇਣ ਵਾਲਾ ਹੈ। ਦੀਦਾਰ ਕੀਤਿਆਂ ਪਵਿੱਤਰ ਹੋ ਜਾਈਦਾ ਹੈ ਅਤੇ ਗੁਰੂ ਦੇ ਚਰਨ ਛੂੰਹਦਿਆਂ ਹੀ ਉੱਚੀ ਅਵਸਥਾ ਬਣ ਜਾਂਦੀ ਹੈ। ਅੱਗੇ ਮਹਾਰਾਜ ਕਹਿ ਰਹੇ ਨੇ, ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾ ਗਵੇ। ਉਹਨੂੰ ਮਿਲਦਿਆਂ ਹੀ ਉਹਦੇ ਗੁਣ ਗਾ ਕੇ ਪਾਰ ਬ੍ਰਹਮ ਦੀ ਦਰਗਾਹ ਵਿੱਚ ਆਤਮਿਕ ਅਵਸਥਾ ਉੱਚੀ ਬਣ ਜਾਂਦੀ ਹੈ। ਸੁਣ ਕਰ ਵਚਨ ਕਰਨ ਆਕਾਨੇ, ਮਨ ਸੰਤੋਖ ਆਤਮ ਧਿਆਨੇ। ਵਚਨ ਸੁਣ ਕੇ ਕੰਨ ਨੇ ਜਿਹੜੇ ਉਹ ਰੱਜ ਗਏ ਨੇ, ਮਨ ਅੰਦਰ ਸੰਤੋਖ ਆ ਗਿਆ, ਆਤਮਾ ਨੂੰ ਵੀ ਸਬਰ ਆ ਗਿਆ। ਪੂਰਾ ਗੁਰ ਅਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹਰ ਸੰਤ। ਸਤਿਗੁਰ ਮਹਾਰਾਜ ਕਹਿ ਰਹੇ ਨੇ, ਪਾਤਸ਼ਾਹ ਜੀ ਕਹਿ ਰਹੇ ਨੇ, ਸਤਿਗੁਰ ਪੂਰਨ ਪੁਰਖ ਹੈ। ਉਸ ਦਾ ਉਪਦੇਸ਼ ਵੀ ਸਦਾ ਲਈ ਅਟਲ ਹੈ। ਜਿਸ ਵੱਲ ਅਮਰ ਕਰਨ ਵਾਲੀ ਉਹ ਨਜ਼ਰ ਨਾਲ ਤੱਕਦਾ ਹੈ, ਉਹੀ ਭਲਾ ਪੁਰਸ਼ ਬਣ ਜਾਂਦਾ ਹੈ, ਚੰਗਾ ਬਣ ਜਾਂਦਾ ਹੈ।
ਅੱਗੇ ਮਹਾਰਾਜ ਕਹਿ ਰਹੇ ਨੇ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਅੱਗੇ ਮਹਾਰਾਜ ਸਮਝਾ ਰਹੇ ਨੇ ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵ ਵਿੱਚ ਸਲੇ ਮਿਲਾਏ। ਉਸ ਮਾਲਕ ਦੇ, ਉਸ ਪਰਮਾਤਮਾ ਦੇ ਬੇਅੰਤ ਗੁਣ ਨੇ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ। ਪਾਤਸ਼ਾਹ ਜੀ ਕਹਿ ਰਹੇ ਨੇ ਹੇ ਨਾਨਕ, ਜਿਹਨੂੰ ਨਾਨਕ ਜਿਸ ਭਾਵ ਵਿੱਚ ਸਲੇ ਮਿਲਾਏ, ਜਿਹੜਾ ਉਹਨੂੰ ਭਾ ਜਾਵੇ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਗੁਰੂ ਕਿਰਪਾ ਕਰੇ ਜੀ। ਇਹ ਸੀ ਲੜੀਵਾਰ ਵਿਚਾਰ ਗੌੜੀ ਸੁਖਮਨੀ ਸਾਹਿਬ ਦੀ ਵਿਚਾਰ। ਆਪਾਂ ਇੱਕ ਰੂਟੀਨ ਦੇ ਵਿੱਚ ਵਿਚਾਰਦੇ ਹਾਂ। ਗੁਰੂ ਸਾਹਿਬ ਨੇ ਸੇਵਕ ਦੀ ਜਿਹੜੀ ਪਰਿਭਾਸ਼ਾ ਉਹਦੇ ਬਾਰੇ ਆਪਾਂ ਨੂੰ ਦੱਸਿਆ, ਗੁਰੂ ਬਾਰੇ ਦੱਸਿਆ ਵੀ ਗੁਰੂ ਆਪਣੇ ਸੇਵਕ ਦੀ ਕਿਵੇਂ ਪ੍ਰਤਿਪਾਲਨਾ ਕਰਦਾ ਹੈ। ਆਓ ਗੁਰਮੁਖੋ ਲੜੀਵਾਰ ਜਿਹੜੀ ਵਿਚਾਰ ਚੱਲ ਰਹੀ ਹੈ, ਦਸਵੇਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤਿੰਨਾਂ ਦੇ ਜੀਵਨ ਬਾਰੇ ਆਪਾਂ ਇੱਕ ਲੜੀਵਾਰ ਵਿਚਾਰ ਕਰਦੇ ਆ ਰਹੇ ਹਾਂ। ਪਿਛਲੇ ਦੀਵਾਨ